सो हेलो गाइस। ਅੱਜ ਅਸੀਂ ਆਪਣਾ ਯੂਨਿਟ 3 ਦਾ ਸੈਕਿੰਡ ਮੋਡਿਊਲ ਕਰਨ ਜਾ ਰਹੇ ਹਾਂ। ਠੀਕ ਹੈ। ਸੋ ਯੂਨਿਟ 3 ਦਾ ਸੈਕਿੰਡ ਮੋਡਿਊਲ ਜੋ ਕਿ ਹੈ ਅਪਰੋਚਿਸ ਟੂ ਮੈਮਰੀ। ਠੀਕ ਹੈ। ਅਪਰੋਚਿਸ ਟੂ ਮੈਮਰੀ। ਹੁਣ ਅਪਰੋਚਿਸ ਟੂ ਮੈਮਰੀ ਮਤਲਬ ਇਹਦੇ ਵਿੱਚ ਇਹ ਦੱਸਿਆ ਗਿਆ, ਮਤਲਬ ਅਸੀਂ ਇਹ ਦੱਸਣਾ ਹੈ ਕਿ ਮੈਮਰੀ ਤਾਂ ਹੈ ਬਟ ਮੈਮਰੀ ਨੂੰ ਕਿਹੜੀ ਕਿਹੜੀ ਚੀਜ਼ ਅਪਰੋਚ ਕਰਦੀ ਹੈ। ਸੋ ਮੈਮਰੀ ਨੂੰ ਨਾ ਦੋ ਚੀਜ਼ਾਂ ਅਪਰੋਚ ਕਰਦੀਆਂ ਨੇ। ਤੋ ਫਸਟ ਹੈ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ, ਜਿਹਨੂੰ ਆਪਾਂ IPM ਮਾਡਲ ਕਹਿੰਦੇ ਹਾਂ, ਮਤਲਬ IPM ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ। ਔਰ ਸੈਕਿੰਡ ਹੈ ਕਨੈਕਸ਼ਨਿਸਟ, CONNECT ਕਨੈਕਸ਼ਨਿਸਟ ਮਾਡਲ। ਠੀਕ ਹੈ। ਇਹ ਦੋ ਮਾਡਲ ਅਸੀਂ ਇਹਦੇ 'ਚ ਪੜ੍ਹਨੇ ਹੈ। ਜਦੋਂ ਵੀ ਤੁਹਾਨੂੰ ਇਹ ਵਾਲਾ ਕੁਐਸਚਨ ਆਉਂਦਾ ਹੈ ਅਪਰੋਚਿਸ ਟੂ ਮੈਮਰੀ ਕਿਹੜਾ, ਤੁਹਾਨੂੰ ਇੱਦਾਂ ਆ ਸਕਦਾ ਹੈ ਕਿ ਅਪਰੋਚਿਸ ਟੂ ਮੈਮਰੀ, ਇਸ ਬੇਸਿਸ 'ਤੇ ਤੁਸੀਂ ਜਾਂ ਤਾਂ ਉਹਨਾਂ ਨੇ ਜਸਟ ਇੱਦਾਂ ਲਿਖਿਆ ਹੋ ਸਕਦਾ ਹੈ IPM ਮਾਡਲ, ਮਤਲਬ ਡਿਸਕਸ ਅਬਾਊਟ ਦਾ IPM ਮਾਡਲ, ਗਿਵ ਅ ਪ੍ਰੋਪਰ ਲਾਈਟ ਔਨ ਦਿਸ ਟੋਪਿਕ, ਹੈ ਨਾ। ਸੋ ਫਿਰ ਤੁਸੀਂ ਉਹ ਕੀ ਕਰੋਗੇ, ਤੁਸੀਂ ਦੋਨਾਂ ਬਾਰੇ ਲਿਖੋਗੇ। ਅਗਰ ਤਾਂ ਲਿਖ ਕੇ ਆ ਜਾਂਦਾ ਹੈ ਕਿ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਹੀ ਦੱਸਣਾ, ਫਿਰ ਤੁਸੀਂ ਇਕੱਲਾ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਦੇ ਉੱਤੇ ਗੱਲ ਕਰੋਗੇ। ਅਗਰ ਲਿਖਿਆ ਆਉਂਦਾ ਕਨੈਕਸ਼ਨਿਸਟ ਮਾਡਲ ਦੇ ਉੱਤੇ ਗੱਲ ਕਰੋ, ਦੈਨ ਯੂ ਜਸਟ ਰਾਈਟ ਅਬਾਊਟ ਦੀ ਕਨੈਕਸ਼ਨਿਸਟ ਮਾਡਲ, ਵਟ ਕੀ ਇਹਦੇ ਫੀਚਰਸ ਨੇ, ਕਰੈਕਟਰਿਸਟਿਕਸ ਨੇ, ਕੀ ਯੂਜ਼ਸ ਨੇ, ਦੈਟਸ ਇਟ। ਠੀਕ ਹੈ। ਸੋ ਫਸਟ ਆਫ ਆਲ ਆਈ ਵੁੱਡ ਲਾਈਕ ਟੂ ਸੇ ਅਬਾਊਟ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ, ਦੈਟ ਇਜ਼ IPM। ਠੀਕ ਹੈ। ਆਪਾਂ ਇਸ ਨੂੰ ਰੈਡੀ ਕਰਦੇ ਹਾਂ। ਸੋ ਬਹੁਤ ਸਾਰੀਆਂ ਜਿਵੇਂ ਤੁਹਾਨੂੰ ਨੋਟਸ ਵੀ ਬਣਾ ਕੇ ਦਿੱਤੇ ਹੋਏ ਨੇ, ਯੂ ਕੈਨ ਚੈੱਕ ਯੋਰ ਨੋਟਸ ਆਲਸੋ। ਐਂਡ ਕੁਛ ਚੀਜ਼ਾਂ ਮੈਂ ਤੁਹਾਨੂੰ ਇੱਥੇ ਇਸ ਕਰਕੇ ਸਮਝਾ ਰਹੀ ਹਾਂ ਕਿ ਮਤਲਬ ਜੋ ਰੈਲੀਵੈਂਟ ਪੁਆਇੰਟ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਥਰੂ ਸਮਝ ਆ ਸਕਣ। ਠੀਕ ਹੈ। ਸੋ IPM ਮਾਡਲ ਦਾ ਨਾ ਇੱਕ ਆਪਣਾ ਇੱਕ ਮਤਲਬ ਮਾਡਲ ਹੈ ਜੋ ਕਿ ਕਿਹਨੇ ਬਣਾਇਆ ਹੈ, ਐਟਕਿਨਸਨ ਐਂਡ ਸ਼ਿਫਰਿਨ ਨੇ। ਠੀਕ ਹੈ। ਇਹ ਜੋ ਮਾਡਲ ਹੈ ਇਹ ਐਟਕਿਨਸਨ ਸ਼ਿਫਰਿਨ ਨੇ ਬਣਾਇਆ ਹੋਇਆ। ਹੁਣ ਇਸ ਮਾਡਲ ਦੇ ਵਿੱਚ ਹੁੰਦਾ ਕੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਮਤਲਬ ਜਿਹੜੀਆਂ ਸਾਡੀਆਂ ਸੈਂਸ ਔਰਗਨਸ ਦੇ ਥਰੂ ਸਾਨੂੰ ਇਨਫੋਰਮੇਸ਼ਨਸ ਮਿਲਦੀਆਂ ਨੇ, ਜਿਵੇਂ ਸਾਡੀਆਂ ਵਿਜ਼ਨ ਹੋ ਗਈ, ਹੈ ਨਾ, ਹੀਅਰਿੰਗ ਹੋ ਗਈ, ਦੈਨ ਉਸ ਤੋਂ ਬਾਅਦ ਟੱਚ ਹੋ ਗਿਆ, ਸਮੈਲ ਹੋ ਗਈ, ਔਰ ਸਾਡਾ ਟੇਸਟ ਹੋ ਗਿਆ, ਹੈ ਨਾ। ਇਹ ਜਿਹੜੇ ਸੈਂਸ ਔਰਗਨਸ ਤੋਂ ਸਾਨੂੰ ਇਹ ਜਿਹੜੀ ਮਤਲਬ ਸਾਡੀ ਮਤਲਬ ਕੀ ਬੋਲ ਸਕਦੇ ਹਾਂ, ਜਿਹੜੀਆਂ ਸਾਡੀਆਂ ਸੈਂਸਰੀ ਮੋਡੈਲਿਟੀਜ਼ ਨੇ, ਹੈ ਨਾ, ਇਹ ਸਾਡੀਆਂ ਸੈਂਸਰੀ ਮੋਡੈਲਿਟੀਜ਼ ਨੇ। ਇਹ ਜੋ ਸਭ ਤੋਂ ਪਹਿਲੇ ਮਤਲਬ ਇਹਨਾਂ ਦੇ ਥਰੂ ਸਾਨੂੰ ਚੀਜ਼ਾਂ ਜਿਹੜੀਆਂ ਪਤਾ ਚੱਲਦੀਆਂ ਨੇ ਉਹ ਸਾਡੀਆਂ ਕਿਹਦੇ 'ਚ ਜਾਂਦੀਆਂ ਨੇ, ਸਭ ਤੋਂ ਪਹਿਲੇ ਸੈਂਸਰੀ ਮੈਮਰੀ ਦੇ ਵਿੱਚ। ਸੈਂਸਰੀ ਮੋਡੈਲਿਟੀਜ਼ ਤੋਂ ਇਨਫੋਰਮੇਸ਼ਨ ਜਿਹੜੀ ਵੀ ਸਾਨੂੰ ਪਤਾ ਮਿਲਦੀ ਹੈ ਉਹ ਪਹਿਲੇ ਸਾਡੀ ਸੈਂਸਰੀ ਮੈਮਰੀ ਦੇ ਵਿੱਚ ਜਾਂਦੀ ਹੈ। ਦੈਨ ਇਹੀ ਸੈਂਸਰੀ ਮੈਮਰੀ ਅੱਗੇ ਜਾ ਕੇ ਕਿਹਦੇ 'ਚ ਜਾਂਦੀ ਹੈ, ਸ਼ਾਰਟ ਟਰਮ ਮੈਮਰੀ। ਠੀਕ ਹੈ। ਦੈਨ ਇਹੀ ਸ਼ਾਰਟ ਟਰਮ ਮੈਮਰੀ ਅੱਗੇ ਜਾ ਕੇ ਲੌਂਗ ਟਰਮ ਮੈਮਰੀ ਬਣ ਜਾਂਦੀ ਹੈ। ਹੁਣ ਬਹੁਤ ਈਜ਼ੀ ਹੈ ਇਸ ਮਾਡਲ ਨੂੰ ਸਮਝਣਾ, ਬਹੁਤ ਈਜ਼ੀ ਹੈ। ਦੇਖੋ ਪਹਿਲੇ ਸਾਡੀਆਂ ਜਿਹੜੀਆਂ ਸੈਂਸਰੀ ਮੋਡੈਲਿਟੀਜ਼ ਹੁੰਦੀਆਂ ਨੇ ਇਹਦੇ ਤੋਂ ਇਨਫੋਰਮੇਸ਼ਨ ਪਹਿਲੇ ਸੈਂਸਰੀ ਮੈਮਰੀ 'ਚ ਜਾਂਦੀ ਹੈ, ਸੈਂਸਰੀ ਮੈਮਰੀ ਤੋਂ ਇਨਫੋਰਮੇਸ਼ਨ ਸ਼ਾਰਟ ਟਰਮ 'ਚ ਜਾਂਦੀ ਹੈ, ਸ਼ਾਰਟ ਟਰਮ ਤੋਂ ਮੈਮਰੀ ਸਾਡੀ ਲੌਂਗ ਟਰਮ 'ਚ ਜਾਂਦੀ ਹੈ। ਇਟਸ ਈਜ਼ੀ, ਦੇਖਣ 'ਚ ਵੀ ਕਿੰਨਾ ਈਜ਼ੀ ਲੱਗ ਰਿਹਾ। ਸੈਂਸਰੀ ਮੋਡੈਲਿਟੀਜ਼ ਸਾਡੇ ਸੈਂਸ ਔਰਗਨਸ ਤੋਂ ਪੈਦਾ ਹੋਈਆਂ ਸਾਡੀਆਂ ਸੈਂਸਰੀ ਮੋਡੈਲਿਟੀਜ਼, ਦੈਨ ਇਹ ਅੱਗੇ ਪ੍ਰੋਸੀਡ ਕਰਦੀ ਹੈ ਸੈਂਸਰੀ ਮੈਮਰੀ 'ਚ, ਦੈਨ ਸੈਂਸਰੀ ਮੈਮਰੀ ਪ੍ਰੋਸੀਡ ਇਨ ਸ਼ਾਰਟ ਟਰਮ ਮੈਮਰੀ ਐਂਡ ਸ਼ਾਰਟ ਟਰਮ ਮੈਮਰੀ ਪ੍ਰੋਸੀਡ ਇਨ ਦੀ ਲੌਂਗ ਟਰਮ ਮੈਮਰੀ। ਸੋ ਹੁਣ ਇੱਥੇ ਇਹ ਤਾਂ ਹੈ ਨਹੀਂ ਕਿ ਸਾਰੀਆਂ ਚੀਜ਼ਾਂ ਇੱਦਾਂ ਹੀ ਜਾਂਦੀਆਂ, ਇਹਦੇ ਲਈ ਨਾ ਕੁਛ ਇੰਪੋਰਟੈਂਟ ਐਸਪੈਕਟਸ ਵੀ ਹੁੰਦੇ ਨੇ ਕਿ ਸੈਂਸਰੀ ਮੈਮਰੀ ਜਿਹੜੀ ਇਨਫੋਰਮੇਸ਼ਨ ਸੈਂਸਰੀ ਮੈਮਰੀ ਦੇ ਵਿੱਚ ਹੈ, ਅਗਰ ਅਸੀਂ ਉਹਨੂੰ ਸ਼ਾਰਟ ਟਰਮ ਮੈਮਰੀ 'ਚ ਲੈ ਕੇ ਜਾਣਾ ਹੈ ਤਾਂ ਉਸ ਚੀਜ਼ 'ਤੇ ਸਾਨੂੰ ਇੱਥੇ ਕੀ ਕਰਨਾ ਪਏਗਾ, ਇੱਥੇ ਸਾਨੂੰ ਥੋੜ੍ਹੀ ਜਿਹੀ ਅਟੈਂਸ਼ਨ ਦੇਣੀ ਪਏਗੀ। ਸੋ ਸੈਂਸਰੀ ਮੈਮਰੀ ਔਰ ਸ਼ਾਰਟ ਟਰਮ ਮੈਮਰੀ ਨੂੰ ਜੋੜ ਕੇ ਰੱਖਦੀ ਹੈ ਅਟੈਂਸ਼ਨ। ਔਰ ਸ਼ਾਰਟ ਟਰਮ ਮੈਮਰੀ ਤੋਂ ਕੋਈ ਇਨਫੋਰਮੇਸ਼ਨ ਲੌਂਗ ਟਰਮ 'ਚ ਲੈ ਕੇ ਜਾਣੀ ਹੈ ਤਾਂ ਉਹਦੇ ਲਈ ਮੇਨ ਇੰਪੋਰਟੈਂਟ ਕੀ ਹੈ, ਉਹਦੇ ਲਈ ਮੇਨ ਇੰਪੋਰਟੈਂਟ ਹੈ ਕਿ ਇੱਥੋਂ ਦੀ ਇਨਫੋਰਮੇਸ਼ਨ ਇੱਥੇ ਤੱਕ ਜਾਵੇ, ਉਹਦੇ ਲਈ ਸਾਨੂੰ ਕੀ ਚਾਹੀਦੀ ਹੈ, ਰਿਹਰਸਲ। ਸ਼ਾਰਟ ਟਰਮ ਮੈਮਰੀ ਤੋਂ ਲੌਂਗ ਟਰਮ 'ਚ ਮੈਮਰੀ ਜਾਵੇ ਉਹਦੇ ਲਈ ਸਾਨੂੰ ਚਾਹੀਦੀ ਹੈ ਰਿਹਰਸਲ। ਦੈਨ ਲੌਂਗ ਟਰਮ ਮੈਮਰੀ ਤੋਂ ਇਨਫੋਰਮੇਸ਼ਨ ਕੀ ਹੁੰਦੀ ਹੈ, ਰਿਟਰੀਵ ਹੁੰਦੀ ਹੈ। ਰਿਟਰੀਵ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਐਨਕੋਡਿੰਗ, स्टोरेज और रिट्रीवल। सो लॉन्ग टर्म मैमरी तो ही जी साड़ी इनफॉर्मेशन है वो रिट्रीव होंगी है। सो बहुत ईजी मॉडल है कि ये इनफॉर्मेशन जड़ियाँ ये साड़ियाँ सेंसरी मोडैलिटीज़ ने
ਇਹ ਸੈਂਸਰੀ ਮੈਮਰੀ 'ਚ ਜਾਂਦੀ ਹੈ। ਸੈਂਸਰੀ ਮੈਮਰੀ 'ਚ ਜੇ ਅਸੀਂ ਕਿਸੇ ਚੀਜ਼ ਨੂੰ ਅਟੈਂਸ਼ਨ ਦੇ ਦਈਏ ਤਾਂ ਉਹ ਸ਼ਾਰਟ ਟਰਮ 'ਚ ਚਲ ਜਾਂਦੀ ਹੈ। ਸ਼ਾਰਟ ਟਰਮ ਮੈਮਰੀ ਤੋਂ ਬਾਅਦ ਅਗਰ ਅਸੀਂ ਪ੍ਰੋਪਰ ਰਿਹਰਸਲ ਕਰਦੇ ਹਾਂ ਤਾਂ ਉਹ ਲੌਂਗ ਟਰਮ 'ਚ ਜਾਂਦੀ ਹੈ ਇਨਫੋਰਮੇਸ਼ਨ। ਔਰ ਲੌਂਗ ਟਰਮ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਸਾਡੀ ਲੌਂਗ ਟਰਮ 'ਚ ਹੈ ਉਹ ਬਾਹਰ ਕਿੱਦਾਂ ਆਏਗੀ, ਵਿਦ ਦਾ ਹੈਲਪ ਆਫ ਰਿਟਰੀਵਲ। ਬਸ ਹੋਰ ਕੁਛ ਨਹੀਂ ਹੈ, ਹੋਰ ਕੁਛ ਵੀ ਨਹੀਂ ਹੈ। ਇਹ ਇੱਕ ਸਿੰਪਲ ਜਿਹਾ ਮਾਡਲ ਹੈ। ਇਸ ਬੇਸਿਸ 'ਤੇ ਹੀ ਅੱਗੇ ਇਸ ਨੂੰ ਅਸੀਂ ਫਰਦਰ ਪੜ੍ਹਨਾ ਹੈ। ਠੀਕ ਹੈ, ਹੌਲੀ ਹੌਲੀ ਅਸੀਂ ਇਹ ਪੜ੍ਹਾਂਗੇ ਕਿ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਹੁੰਦਾ ਕੀ ਹੈ, ਸੈਂਸਰੀ ਮੈਮਰੀ ਹੁੰਦਾ ਕੀ ਹੈ। ਬਸ ਇੰਨਾ ਕੁ ਹੈ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ, ਬਸ ਇੰਨਾ ਕੁ ਹੈ। ਜੇ ਤੁਸੀਂ ਇਸ ਚੀਜ਼ ਨੂੰ ਯਾਦ ਕਰ ਲਿਆ, ਅੱਗੇ ਤੁਸੀਂ ਫਰਦਰ ਇਹਦੇ ਪੁਆਇੰਟਸ ਨੂੰ ਐਕਸਪਲੇਨ ਕਰਨਾ, ਇਲੈਬੋਰੇਟ ਕਰਨਾ। ਦੈਟਸ ਇਟ। ਠੀਕ ਹੈ, ਦੈਨ ਇਹ ਬੋਲਦੇ ਨੇ ਕਿ ਜਿਹੜੀ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਹੈ, ਇਟ ਇਜ਼ ਅ ਸਟੱਡੀ ਆਫ ਸਟਰਕਚਰ ਐਂਡ ਫੰਕਸ਼ਨ ਆਫ ਦੀ ਮੈਂਟਲ ਪ੍ਰੋਸੈਸਿੰਗ। ਯੈਸ, ਇਹ ਸਾਡੇ ਮੈਂਟਲ ਪ੍ਰੋਸੈਸਿੰਗ ਦਾ ਇੱਕ ਫੰਕਸ਼ਨ ਹੈ। ਠੀਕ ਹੈ, ਇਹ ਬਹੁਤ ਸਾਰੀਆਂ ਮਤਲਬ ਚੀਜ਼ਾਂ ਨੂੰ ਸਾਨੂੰ ਜੋੜ ਕੇ ਰੱਖਦਾ ਹੈ। ਐਂਡ ਦੈਨ ਫੋਕਸ ਇਨ ਦੀ ਮਾਡਲ ਇਜ਼ ਹਾਊ ਇਨਫੋਰਮੇਸ਼ਨ ਇਜ਼ ਸਟੋਰਡ ਇਨ ਮੈਮਰੀ। ਹੁਣ ਇਸ ਮਾਡਲ ਦਾ ਇਹੀ ਫੋਕਸ ਹੈ। ਫੋਕਸ ਕੀ ਹੈ ਕਿ ਹਾਊ ਇਨਫੋਰਮੇਸ਼ਨ ਇਜ਼ ਸਟੋਰਡ ਇਨ ਆਵਰ ਮੈਮਰੀ। ਬਸ ਇਹੀ ਇਸ ਕੀ ਕਹਿੰਦੇ ਨੇ ਪੂਰੇ ਮਾਡਲ ਦਾ ਇੱਕ ਮਤਲਬ ਥੀਮ ਕਹਿ ਲਓ, ਫੋਕਸ ਕਹਿ ਲਓ ਕਿ ਕਿਸ ਤਰੀਕੇ ਦੇ ਨਾਲ ਸਾਡੀ ਜਿਹੜੀ ਮੈਮਰੀ ਹੈ ਉਹ ਮਤਲਬ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਉਹ ਮੈਮਰੀ 'ਚ ਸਟੋਰ ਕਿਵੇਂ ਹੁੰਦੀਆਂ ਨੇ। ਠੀਕ ਹੈ, ਵਿਦ ਦਾ ਹੈਲਪ ਆਫ ਆਵਰ ਕੋਗਨੀਟਿਵ ਪ੍ਰੋਸੈਸ, ਮੈਂਟਲ ਪ੍ਰੋਸੈਸਿਸ। ਠੀਕ ਹੈ, ਇਹਦੇ ਥਰੂ ਹੀ ਸਾਡੀ ਇਨਫੋਰਮੇਸ਼ਨ ਸਾਡੀ ਮੈਮਰੀ ਦੇ ਵਿੱਚ ਕੀ ਹੁੰਦੀਆਂ ਨੇ, ਸਟੋਰ ਹੁੰਦੀਆਂ ਨੇ। ਅੱਗੇ ਇਹਦੀਆਂ ਬੇਸਿਕ ਅਜ਼ੰਪਸ਼ਨਸ ਨੇ ਜੋ ਕਿ ਮੈਂ ਲਿਖੀਆਂ ਹੋਈਆਂ ਨੇ। ਹੁਣ ਮੈਮਰੀ ਹੈ, ਹੁਣ ਮੈਮਰੀ ਦੀ ਬੇਸਿਕ ਅਜ਼ੰਪਸ਼ਨਸ ਕੀ ਹੋ ਸਕਦੀਆਂ ਨੇ? ਬਹੁਤ ਸਾਰੀਆਂ ਮੈਮਰੀਜ਼ ਦੀਆਂ ਬੇਸਿਕ ਅਜ਼ੰਪਸ਼ਨ ਹੋ ਸਕਦੀਆਂ ਨੇ। ਹੁਣ ਜੇ ਮੈਮਰੀ ਹੈ, ਕੋਈ ਚੀਜ਼ ਨੂੰ ਅਸੀਂ ਆਪਣੇ ਦਿਮਾਗ 'ਚ ਪਾਉਣਾ, ਉਹਦੇ ਲਈ ਕੀ ਹੋਣਾ ਚਾਹੀਦਾ? ਉਹਦੇ ਲਈ ਇਨਵਾਇਰਮੈਂਟ ਹੋਣਾ ਚਾਹੀਦਾ, ਕਿਉਂਕਿ ਇਨਵਾਇਰਮੈਂਟਲ ਚੀਜ਼ਾਂ ਹੀ ਸਾਡੇ ਦਿਮਾਗ ਦੇ ਵਿੱਚ ਜਾਂਦੀਆਂ। ਇਨਵਾਇਰਮੈਂਟ ਕ੍ਰੀਏਟ ਹੋਣਾ ਚਾਹੀਦਾ। ਜੇ ਇਨਵਾਇਰਮੈਂਟ ਨਹੀਂ ਹੋਏਗਾ ਤਾਂ ਚੀਜ਼ਾਂ ਸਾਡੇ ਦਿਮਾਗ 'ਚ ਨਹੀਂ ਜਾਣਗੀਆਂ। ਮਤਲਬ ਇਨ ਦਾ ਸੈਂਸ ਕਿ ਕੋਈ ਚੀਜ਼ ਹੋਣੀ ਚਾਹੀਦੀ ਹੈ ਜਿਸ ਨੂੰ ਅਸੀਂ ਦੇਖੀਏ, ਪਰਖੀਏ, ਮਤਲਬ ਕਿ ਪਰਸੈਪਸ਼ਨ ਹੋਣੀ ਚਾਹੀਦੀ ਹੈ। ਉਸ ਚੀਜ਼ ਦੇ ਲਈ ਅਟੈਂਸ਼ਨ ਹੋਣੀ ਚਾਹੀਦੀ ਹੈ। ਉਸ ਚੀਜ਼ ਦੇ ਲਈ ਸ਼ਾਰਟ ਟਰਮ ਮੈਮਰੀ, ਲੌਂਗ ਟਰਮ ਮੈਮਰੀ, ਸੈਂਸਰੀ ਮੋਡੈਲਿਟੀਜ਼, ਇਨਵਾਇਰਮੈਂਟ। ਸੋ ਇਹੋ ਜਿਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹ ਬੇਸਿਕ ਅਜ਼ੰਪਸ਼ਨਸ ਨੇ ਜੋ ਕਿ ਸਾਨੂੰ ਹੈਲਪ ਕਰਦੀਆਂ ਨੇ ਸਾਡੀ ਇਨਫੋਰਮੇਸ਼ਨ ਨੂੰ ਸਾਡੇ ਮਾਈਂਡ ਤੱਕ ਲੈ ਕੇ ਜਾਣ ਦੀ। ਸੋ ਇਸ ਤੋਂ ਇਲਾਵਾ ਇਹੀ ਗੱਲ ਕੀਤੀ ਗਈ ਹੈ ਕਿ ਕੋਗਨੀਟਿਵ ਪਰਫੋਰਮੈਂਸ, ਸਾਡੇ ਦਿਮਾਗ ਦਾ ਯੂਜ਼ ਹੋਣਾ ਚਾਹੀਦਾ। ਮੈਮਰੀ ਤੱਕ ਕਿਸੇ ਇਨਫੋਰਮੇਸ਼ਨ ਨੂੰ ਪਹੁੰਚਾਉਣਾ ਹੈ, ਦਿਮਾਗ ਦਾ ਬਹੁਤ ਜ਼ਿਆਦਾ ਜ਼ਰੂਰਤ ਚਾਹੀਦੀ ਹੈ। ਦੈਨ ਇਨਫੋਰਮੇਸ਼ਨ ਪ੍ਰੋਸੈਸਿੰਗ ਇਨ ਹਿਊਮਨ ਰਿਸੈਂਬਲ ਦੈਟ ਇਜ਼ ਅ ਕੰਪਿਊਟਰ। ਇਹ ਜੋ ਸਭ ਕੰਮ ਹੈ ਨਾ, ਇਟ ਵਰਕਸ ਲਾਈਕ ਐਜ਼ ਅ ਕੰਪਿਊਟਰ। ਜਿਵੇਂ ਸਾਡਾ ਕੰਪਿਊਟਰ ਚੱਲਦਾ ਨਾ, ਉਸੇ ਤਰੀਕੇ ਹੀ ਸਾਡਾ ਮਾਈਂਡ ਚੱਲਦਾ। ਬਸ ਤੁਸੀਂ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ ਨੂੰ ਐਜ਼ ਅ ਕੰਪਿਊਟਰ ਦੇ ਨਾਲ ਵੀ ਜੋੜ ਸਕਦੇ ਹੋ। ਕਹਿੰਦੇ ਹੈ ਕਿ ਦ ਡੈਵਲਪਮੈਂਟ ਆਫ ਦਾ ਕੰਪਿਊਟਰ ਇਨ ਦ 1950s ਐਂਡ 1960 ਹੈਡ ਐਨ ਇੰਪੋਰਟੈਂਟ ਇਨਫਲੂਐਂਸ ਔਨ ਸਾਈਕੋਲੋਜੀ। ਇਸ ਸਮੇਂ ਨਾ ਸਾਈਕੋਲੋਜੀ ਦੇ ਵਿੱਚ ਵੀ ਕੰਪਿਊਟਰ ਦਾ ਇੱਕ ਆਗਮਨ ਸਟਾਰਟ ਹੋ ਗਿਆ ਸੀ, ਇੱਕ ਇਨਫਲੂਐਂਸ ਅੱਛਾ ਪੈਣਾ ਸ਼ੁਰੂ ਹੋ ਗਿਆ ਸੀ। ਠੀਕ ਹੈ, ਦੈਨ ਹੁਣ ਮਾਡਰਨ ਸਾਈਕੋਲੋਜੀ ਦੀ ਅਸੀਂ ਗੱਲ ਕਰੀਏ, ਅਸੀਂ ਵਿਦਾਊਟ ਕੰਪਿਊਟਰ ਵੀ ਕੈਨ ਨੋਟ ਡੂ ਐਨੀਥਿੰਗ। ਸਾਨੂੰ SPSS ਚਾਹੀਦਾ ਹੁੰਦਾ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਡਾਟਾ ਇਕੱਠਾ ਕਰਨਾ, ਰਿਸਰਚ ਕਰਨੀ। ਸੋ ਇਹਨਾਂ ਚੀਜ਼ਾਂ ਦੇ ਲਈ ਵੀ ਸਾਨੂੰ ਕੰਪਿਊਟਰ ਦਾ ਮਤਲਬ ਬਹੁਤ ਇੰਪੋਰਟੈਂਸ ਹੈ। ਇੱਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਅੱਜ ਵੀ ਕੰਪਿਊਟਰ ਦੇ ਥਰੂ ਹੀ ਚੀਜ਼ਾਂ ਨੂੰ ਕਰਦੇ ਹਾਂ। ਆਪਾਂ ਆਪਣੇ ਕੀ ਕਹਿੰਦੇ ਨੇ ਸਾਈਕੋਮੈਟ੍ਰਿਕ ਟੈਸਟ ਨੇ, ਉਹ ਵੀ ਵਿਦ ਦਾ ਹੈਲਪ ਆਫ ਕੰਪਿਊਟਰ ਦੇ ਥਰੂ ਹੀ ਆਪਾਂ ਉਹਨਾਂ ਚੀਜ਼ਾਂ ਨੂੰ ਮਤਲਬ ਐਨਾਲਾਈਜ਼ ਕਰਦੇ ਹਾਂ, ਇਵੈਲਿਊਏਟ ਕਰਦੇ ਹਾਂ, ਜਰਨਲਾਈਜ਼ ਕਰਦੇ ਹਾਂ। ਸੋ ਕੰਪਿਊਟਰ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਜਿੱਥੇ ਕੰਪਿਊਟਰ ਦੀ ਮਹੱਤਤਾ ਹੈ, ਸੇਮ ਐਜ਼ ਲਾਈਕ ਸਾਡਾ ਮਾਈਂਡ ਵੀ ਉਸੇ ਤਰੀਕੇ ਕੰਪਿਊਟਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਹੁਣ ਇਹ ਇੱਕ ਕੰਪਿਊਟਰ ਹੈ ਔਰ ਇਹ ਇੱਕ ਹਿਊਮਨ ਮਾਈਂਡ ਹੈ। ਠੀਕ ਹੈ, ਸੋ ਇਹ ਕੰਪਿਊਟਰ ਵੀ ਸੇਮ ਮਾਈਂਡ ਵਾਂਗੂ ਕੰਮ ਕਰਦਾ ਹੈ, ਮਾਈਂਡ ਕੰਪਿਊਟਰ ਵਾਂਗੂ ਕੰਮ ਕਰਦਾ। ਸੋ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਹੈ ਜਿਵੇਂ ਇਹਦੇ ਵਿੱਚ ਇਹਨਾਂ ਦੇ ਪਾਰਟਸ ਜੁੜੇ ਹੋਏ ਨੇ, ਇੱਦਾਂ ਹੀ ਸਾਡੇ ਮਾਈਂਡ ਦੇ ਵੀ ਪਾਰਟਸ ਜੁੜੇ ਹੋਏ ਨੇ। ਸਾਡਾ ਫਰੰਟਲ ਲੋਬ ਹੋ ਗਿਆ, ਸਾਡਾ ਟੈਂਪੋਰਲ ਲੋਬ ਹੋ ਗਿਆ, ਸਾਡਾ ਸੈਰੀਬੈਲਮ ਹੋ ਗਿਆ। ਜਿਵੇਂ ਤੁਸੀਂ ਬ੍ਰੇਨ ਦੀ ਐਨਾਟੋਮੀ ਤਾਂ ਪੜ੍ਹੀ ਹੋਈ ਹੈ, ਫਿਜ਼ੀਓਲੋਜੀਕਲ ਮਤਲਬ ਮੈਮਰੀ ਮਤਲਬ ਫਿਜ਼ੀਓਲੋਜੀਕਲ ਸਾਈਕੋਲੋਜੀ ਤੁਸੀਂ ਪੜ੍ਹੀ ਹੋਈ ਹੈ। ਸੋ ਇਸ ਬੇਸਿਸ 'ਤੇ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਸਾਡਾ ਦਿਮਾਗ ਕੰਮ ਕਰਦਾ ਹੈ। ਸੋ ਹੁਣ ਅਸੀਂ ਇੱਥੇ ਗੱਲ ਇਹ ਕਰਦੇ ਹਾਂ ਕਿ ਇਨਫੋਰਮੇਸ਼ਨ ਪ੍ਰੋਸੈਸਿੰਗ ਮਾਡਲ, ਹੁਣ ਜਿਵੇਂ ਤੁਸੀਂ ਇੱਕ ਵਾਰ ਨੋਟਸ ਨੂੰ ਗੋ ਥਰੂ ਕਰ ਲਿਓ। ਠੀਕ ਹੈ, ਉਹ ਤੋਂ ਤੁਹਾਨੂੰ ਸਮਝ ਆ ਜਾਏਗਾ। ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਇੱਥੇ ਸਮਝਾ ਰਹੀ ਹਾਂ। ਸੋ ਅਸੀਂ ਹੁਣ ਇੱਥੇ ਗੱਲ ਕਰਾਂਗੇ ਸਭ ਤੋਂ ਪਹਿਲੇ ਕਿ ਜਿਹੜੀ ਸੈਂਸਰੀ ਮੈਮਰੀ ਹੁੰਦੀ ਹੈ, ਸੈਂਸਰੀ ਮੈਮਰੀ ਕੀ ਹੁੰਦੀ ਹੈ? ਸੈਂਸਰੀ ਮੈਮਰੀ ਉਹ ਮੈਮਰੀ ਹੁੰਦੀ ਹੈ ਜਦੋਂ ਕੋਈ ਅਸੀਂ ਮਤਲਬ ਜਦੋਂ ਸਾਡੇ ਸੈਂਸਿਸ ਮੋਡੈਲਿਟੀਜ਼ ਜਿਹੜੀਆਂ ਹੁੰਦੀਆਂ ਨੇ, ਮੋਡੈਲਿਟੀਜ਼ ਮਤਲਬ ਵਿਜ਼ਨਸ ਹੋ ਗਏ, ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਹੇਅਰ ਕਰਦੇ ਹਾਂ, ਸੁਣਦੇ ਹਾਂ, ਟੱਚ ਹੋ ਗਿਆ, ਸਮੈਲ ਹੋ ਗਈ, ਟੇਸਟ ਹੋ ਗਿਆ, ਹੈ ਨਾ। ਇਹ ਜਦੋਂ ਚੀਜ਼ਾਂ ਦਾ ਸਾਨੂੰ ਪਤਾ ਚੱਲਦਾ, ਇਹਨਾਂ ਸੈਂਸਰੀ ਮੋਡੈਲਿਟੀਜ਼ ਤੋਂ ਸਾਨੂੰ ਜਦੋਂ ਚੀਜ਼ਾਂ ਦਾ ਪਤਾ ਚੱਲਦਾ, ਉਹ ਇਨਫੋਰਮੇਸ਼ਨ ਨਾ ਮੇਰੇ ਸੈਂਸ ਔਰਗਨਸ, ਮੇਰੇ ਸੈਂਸਰੀ ਮੈਮਰੀ 'ਚ ਜਾਂਦੀਆਂ ਨੇ। ਮੈਨੂੰ ਕਿਸ ਨੇ ਟੱਚ ਕੀਤਾ,
ਤੇ ਉਹ ਮੇਰੀ ਸੈਂਸਰੀ ਮੈਮਰੀ 'ਚ ਚੀਜ਼ ਜਾਏਗੀ। ਅੱਛਾ ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਕੋਈ ਚਿੰਟੀ ਕੱਟ ਜਾਂਦੀ ਹੈ, ਕੋਈ ਮੱਛਰ ਕੱਟ ਜਾਂਦਾ, ਉਹ ਥੋੜ੍ਹੀ ਦੇਰ ਤੱਕ ਤਾਂ ਨਹੀਂ ਯਾਦ ਰਹਿੰਦਾ, ਉਸ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਹੋ। ਸੋ ਇਹਦੀ ਡਿਊਰੇਸ਼ਨ ਦੱਸੀ ਗਈ ਹੋਈ ਹੈ। ਸੋ ਮੈਂ ਤੁਹਾਨੂੰ ਦੱਸ ਰਹੀ ਸੀ ਇਹਦੀ ਡਿਊਰੇਸ਼ਨ ਬਾਰੇ। ਇਹਦੀ ਡਿਊਰੇਸ਼ਨ ਹੈ 1 to 2 seconds ਜਸਟ। ਸੈਂਸਰੀ ਮੈਮਰੀ ਦੀ ਜੋ ਡਿਊਰੇਸ਼ਨ ਹੈ ਉਹ ਹੈਗੀ ਹੈ 1 to 2 seconds, ਠੀਕ ਹੈ। ਜੋ ਸ਼ੋਰਟ ਟਰਮ ਦੀ ਡਿਊਰੇਸ਼ਨ ਹੈ ਉਹ ਹੈਗੀ ਹੈ 30 seconds, ਠੀਕ ਹੈ। ਦੈਨ ਜੋ ਲੌਂਗ ਟਰਮ ਦੀ ਡਿਊਰੇਸ਼ਨ ਹੈ ਉਹ ਕੀ ਹੈ, ਅਨਲਿਮਿਟਿਡ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਯਾਦ ਕਰ ਸਕਦੇ ਹੋ, ਠੀਕ ਹੈ। ਇਨਫੋਰਮੇਸ਼ਨ ਜੋ ਸਾਡੀ ਇਹਦੇ 'ਚ ਸਟੋਰ ਰਹਿੰਦੀ ਹੈ ਅਨਲਿਮਿਟਿਡ ਵੇ ਦੇ ਨਾਲ ਰਹਿੰਦੀ ਹੈ। ਸੋ ਸੈਂਸਰੀ ਮੈਮਰੀ ਦੀ ਜੋ ਡਿਊਰੇਸ਼ਨ ਹੈਗੀ ਹੈ ਉਹ ਹੈ 1 to 2 seconds। ਇਸ ਚੀਜ਼ ਨੂੰ ਤੁਸੀਂ ਯਾਦ ਕਰਨਾ ਹੈ। ਦੈਨ ਸੈਂਸਰੀ ਮੈਮਰੀ ਦੇ ਵਿੱਚ ਹੁੰਦਾ ਕੀ ਹੈ, ਫੋਰ ਐਗਜ਼ਾਮਪਲ ਤੁਸੀਂ ਸੋਚ ਰਹੇ ਹੋ ਕਿ ਕਿਸੇ ਵੀ ਚੀਜ਼ ਬਾਰੇ ਸੋਚ ਰਹੇ ਹੋ, ਤੁਹਾਡੀ ਮਤਲਬ ਉਹ ਜੋ ਵੀ ਚੀਜ਼ ਤੁਸੀਂ ਸੋਚ ਰਹੇ ਹੋ ਉਹ ਰਿਲੇਟਡ ਟੂ ਤੁਹਾਡੀ ਸੈਂਸ ਮੋਡੈਲਿਟੀਜ਼ ਦੇ ਅਕੋਰਡਿੰਗ ਹੋਣਗੀਆਂ। ਜਾਂ ਤਾਂ ਤੁਸੀਂ ਕਿਸੇ ਖਾਣ ਪੀਣ ਦੀ ਚੀਜ਼ਾਂ ਬਾਰੇ ਸੋਚ ਰਹੇ ਹੋ, ਜਾਂ ਤੁਸੀਂ ਕਿਸੇ ਗਾਣੇ ਬਾਰੇ ਸੋਚ ਰਹੇ ਹੋ, ਕਿਸੇ ਟੇਸਟ ਦੇ ਬਾਰੇ ਸੋਚ ਰਹੇ ਹੋ, ਕਿਸੇ ਟੱਚ ਦੇ ਬਾਰੇ ਸੋਚ ਰਹੇ ਹੋ। ਹੁਣ ਫੋਰ ਐਗਜ਼ਾਮਪਲ ਹੈ ਹੁਣ ਅੱਜ ਕੱਲ੍ਹ ਦੇ ਕੁਆਰੰਟਾਈਨ ਟਾਈਮ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਹੋਸਟਲ ਨੂੰ ਯਾਦ ਕਰ ਰਹੇ ਹੋ, ਡਿਪਾਰਟਮੈਂਟ ਨੂੰ ਯਾਦ ਕਰ ਰਹੇ ਹੋ। ਸੋ ਤੁਹਾਡੀ ਅਟੈਂਸ਼ਨ ਪਰਸੈਪਸ਼ਨ ਇਹੋ ਜਿਹੀ ਚੀਜ਼ਾਂ। ਸੋ ਬਹੁਤ ਡਿਪਾਰਟਮੈਂਟ ਤੁਸੀਂ ਚੀਜ਼ਾਂ ਨੂੰ ਯਾਦ ਕਰ ਰਹੇ ਹੋ, ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਸੈਂਸ ਮੋਡੈਲਿਟੀਜ਼ ਦੇ ਨਾਲ ਜੁੜੀਆਂ ਹੋਣਗੀਆਂ। ਫੋਰ ਐਗਜ਼ਾਮਪਲ ਅੱਜ ਮੈਂ ਇੱਥੇ ਹਾਂ, ਹੈ ਨਾ, ਮੈਂ ਅੱਜ ਹੋਸਟਲ ਦੇ ਵਿੱਚ ਹਾਂ, ਅਤੇ ਮੈਂ ਸਭ ਤੋਂ ਜ਼ਿਆਦਾ ਜੋ ਮਿਸ ਕਰ ਰਹੀ ਹਾਂ ਐਟ ਪ੍ਰੈਜੈਂਟ ਉਹ ਮੈਂ ਆਪਣੇ ਮੰਮਾ ਨੂੰ ਯਾਦ ਕਰ ਰਹੀ ਹਾਂ, ਆਪਣੀ ਮੰਮਾ ਦੀ ਪ੍ਰੈਜੈਂਸ ਨੂੰ ਯਾਦ ਕਰ ਰਹੀ ਹਾਂ, ਮੰਮੀ ਦੇ ਟੱਚ ਨੂੰ ਯਾਦ ਕਰ ਰਹੀ ਹਾਂ। ਸੋ ਮੈਂ ਮਤਲਬ ਮੰਮੀ ਦੇ ਖਾਣੇ ਰੋਟੀ ਨੂੰ ਯਾਦ ਕਰ ਰਹੀ ਹਾਂ, ਟੇਸਟ ਨੂੰ ਯਾਦ ਕਰ ਰਹੀ ਹਾਂ, ਹੈ ਨਾ। ਸੋ ਮੈਂ ਮੰਮੀ ਦੇ ਟੱਚ ਨੂੰ ਯਾਦ ਕਰ ਰਹੀ ਹਾਂ, ਉਹਨਾਂ ਵੱਲੋਂ ਪਈਆਂ ਹੋਈਆਂ ਗਾਲਾਂ ਨੂੰ ਯਾਦ ਕਰ ਰਹੀ ਹਾਂ, ਕਿਵੇਂ ਉਹ ਮੈਨੂੰ ਡਾਂਟਦੇ ਨੇ ਇੱਦਾਂ ਇੱਦਾਂ। ਅਤੇ ਉਹ ਮਤਲਬ ਉਹਨਾਂ ਦੀ ਮੂੰਹ 'ਤੇ ਪਈ ਹੋਈ ਸਮਾਈਲ ਨੂੰ ਯਾਦ ਕਰ ਰਹੀ ਹਾਂ। ਇੱਦਾਂ ਹੀ ਆਪਣੇ ਮਾਮਾ ਜੀ ਦੇ ਬੱਚਿਆਂ ਨੂੰ ਯਾਦ ਕਰ ਰਹੀ ਹਾਂ, ਮੈਨੂੰ ਦੀਦੀ ਕਹਿ ਕੇ ਬੁਲਾਉਂਦੇ ਹੈ, ਕਿਵੇਂ ਮੈਂ ਉਹਨਾਂ ਨਾਲ ਇੰਨਾ ਟਾਈਮ ਮੈਂ ਉਹਨਾਂ ਨਾਲ ਸਪੈਂਡ ਕਰਨਾ ਸੀ, ਉਹਨਾਂ ਨਾਲ ਖੇਲਣਾ ਸੀ। ਸੋ ਮੈਂ ਸੈਂਸਰੀ ਮੈਮਰੀ ਉਹ ਚੀਜ਼ਾਂ ਮੈਂ ਆਪਣੀ ਸੈਂਸਰੀ ਮੈਮਰੀ ਦੇ ਥਰੂ ਉਹਨਾਂ ਚੀਜ਼ਾਂ ਨੂੰ ਯਾਦ ਕਰ ਰਹੀ ਹਾਂ। ਸੋ ਠੀਕ ਹੈ, ਇਟਸ ਵੈਰੀ ਈਜ਼ੀ। ਸੈਂਸਰੀ ਮੈਮਰੀ ਆਈ ਥਿੰਕ ਹੁਣ ਤੁਹਾਨੂੰ ਸਮਝ ਆ ਗਈ ਹੋਏਗੀ। ਸੋ ਅੱਗੇ ਸੈਂਸਰੀ ਮੈਮਰੀ ਨੂੰ ਦੋ ਪਾਰਟਸ 'ਚ ਡਿਵਾਈਡ ਕੀਤਾ ਗਿਆ ਹੋਇਆ। ਇੱਕ ਹੋ ਗਈ ਹੈ ਸਾਡੀ ਆਈਕੋਨਿਕ, ਇੱਕ ਹੋ ਗਈ ਹੈ ਸਾਡੀ ਇਕੋਹਿਕ ਮੈਮਰੀ, ਠੀਕ ਹੈ। ਆਈਕੋਨਿਕ ਮੈਮਰੀ ਔਰ ਇਕੋਹਿਕ ਮੈਮਰੀ। ਸੋ ਆਈਕੋਨਿਕ ਮੈਮਰੀ ਜਿਹਨੂੰ ਅਸੀਂ ਆਪਣੀ ਆਈਜ਼ ਦੇ ਥਰੂ ਦੇਖ ਸਕਦੇ ਹਾਂ, ਇਕੋਹਿਕ ਮੈਮਰੀ ਜਿਹਨਾਂ ਨੂੰ ਅਸੀਂ ਆਪਣੇ ਈਅਰਸ ਦੇ ਥਰੂ ਸੁਣ ਸਕਦੇ ਹਾਂ। ਹੁਣ ਆਈਜ਼ ਦੇ ਥਰੂ ਦੇਖ ਸਕਦੇ ਹਾਂ ਔਰ ਈਅਰਸ ਦੇ ਥਰੂ ਸੁਣ ਸਕਦੇ ਹਾਂ। ਹੁਣ ਇਹ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਇੱਕ ਕੁਝ ਫਰੈਕਸ਼ਨ ਆਫ ਟਾਈਮ ਦੇ ਲਈ ਇਹਦੀ ਡਿਊਰੇਸ਼ਨਸ ਹੁੰਦੀ ਹੈ, ਠੀਕ ਹੈ। ਆਈਕੋਨਿਕ ਮੈਮਰੀ ਕਿਹੜੀ ਹੁੰਦੀ ਹੈ, ਫੋਰ ਐਗਜ਼ਾਮਪਲ ਹੈ ਕੋਈ ਵਿਜ਼ੂਅਲ ਸੈਂਸਰੀ ਸਿਸਟਮ ਵਰਕ ਕਰ ਰਿਹਾ ਹੈ ਨਾ ਸਾਡਾ। ਹੁਣ ਜਿਵੇਂ ਫੋਰ ਐਗਜ਼ਾਮਪਲ ਕੁਛ ਚੀਜ਼ ਨੂੰ ਤੁਸੀਂ ਆਈਕੋਨਿਕ ਮੈਮਰੀ ਰਿਲੇਟਡ ਟੂ ਅਵਰ ਆਈਜ਼, ਜਿਹੜੀਆਂ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ। ਫੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਕੋਈ ਅਜੀਬ ਜਿਹੀ ਡਰੈਸ ਜੀ ਪਾ ਕੇ ਕੋਈ ਕੁੜੀ ਖੜੀ ਹੋ ਜਾਂਦੀ, ਤੁਸੀਂ ਉਹਨੂੰ ਦੇਖੋਗੇ, ਉਹ ਚੀਜ਼ ਤੁਹਾਡੇ ਕੁਝ ਸਮ ਫਰੈਕਸ਼ਨਸ ਆਫ ਟਾਈਮ ਦੇ ਲਈ ਤੁਹਾਡੇ ਦਿਮਾਗ 'ਚ ਰਹੇਗੀ, ਦੈਨ ਉਸ ਤੋਂ ਬਾਅਦ ਤੁਸੀਂ ਭੁੱਲ ਜਾਓਗੇ। ਦੈਟਸ ਇਟ, ਉਹ ਇਕੋਨਿਕ ਮੈਮਰੀ ਹੋ ਗਈ, ਆਈਕੋਨਿਕ। ਦੈਨ ਅਸੀਂ ਹੁਣ ਗੱਲ ਕਰਾਂਗੇ ਇਕੋਹਿਕ ਮੈਮਰੀ ਦੀ। ਇਕੋਹਿਕ ਮੈਮਰੀ ਕਿਹੜੀ ਮੈਮਰੀ ਹੁੰਦੀ ਹੈ, ਜਦੋਂ ਅਸੀਂ ਕਿਸੇ ਮਤਲਬ ਚੀਜ਼ ਨੂੰ ਅਸੀਂ ਸੁਣਦੇ ਹਾਂ, ਹੈ ਨਾ, ਕਿਸੇ ਫਿਨੋਮੀਨਾ ਦੀ ਗੱਲ ਕੀਤੀ ਗਈ ਹੈ। ਹੁਣ ਫੋਰ ਐਗਜ਼ਾਮਪਲ ਤੁਸੀਂ ਹੁਣ ਸਪੀਚ ਹੈ, ਕੋਈ ਸਪੀਚ ਚੱਲ ਰਹੀ ਹੈ, ਹੁਣ ਫੋਰ ਐਗਜ਼ਾਮਪਲ ਤੁਸੀਂ ਮੈਨੂੰ ਹੀ ਸੁਣ ਰਹੇ ਹੋ, ਤੁਸੀਂ ਇਕੋਹਿਕ ਮੈਮਰੀ ਦਾ ਯੂਜ਼ ਕਰੋਗੇ, ਆਪਣੀ ਕੰਨਾਂ ਰਾਹੀਂ ਇਸ ਚੀਜ਼ ਨੂੰ ਸੁਣ ਰਹੇ ਹੋ। ਔਰ ਇਕੋਨਿਕ ਮੈਮਰੀ ਇਹਨਾਂ ਜੋ ਵੀ ਮਟੀਰੀਅਲ ਮੈਂ ਇਸ 'ਚ ਲਿਖ ਕੇ ਦਿੱਤਾ ਹੈ, ਤੁਸੀਂ ਇਸ ਨੂੰ ਆਪਣੀ ਅੱਖਾਂ ਦੇ ਨਾਲ ਦੇਖ ਰਹੇ ਹੋ। ਸੋ ਇੱਥੇ ਐਟ ਪ੍ਰੈਜੈਂਟ ਸੈਂਸਰੀ ਮੈਮਰੀ ਦਾ ਕੰਮ ਹੋ ਰਿਹਾ। ਸੈਂਸਰੀ ਮੈਮਰੀ ਤੁਸੀਂ ਇਸ ਚੀਜ਼ ਨੂੰ ਦੇਖੋਗੇ, ਠੀਕ ਹੈ, ਆਪਣੀ ਸੈਂਸਰੀ ਮੈਮਰੀ ਦਾ ਯੂਜ਼ ਕਰੋਗੇ, ਆਈਕੋਨਿਕ ਮੈਮਰੀ ਔਰ ਆਪਣੀ ਇਕੋਹਿਕ ਮੈਮਰੀ ਦਾ ਯੂਜ਼ ਕਰੋਗੇ, ਦੇਖੋਗੇ ਆਪਣੀ ਅੱਖਾਂ ਦੇ ਨਾਲ, ਸੁਣੋਗੇ ਆਪਣੇ ਕੰਨਾਂ ਦੇ ਨਾਲ। ਦੈਨ ਇਹ ਤੁਹਾਡੀ ਸੈਂਸਰੀ ਮੈਮਰੀ 'ਚ ਇਨਫੋਰਮੇਸ਼ਨ ਰਹੇਗੀ ਕੁਝ ਸੈਕਿੰਡਸ ਦੇ ਲਈ। ਜੇ ਤੁਸੀਂ ਸੱਚੀ ਇਸ ਚੀਜ਼ ਨੂੰ ਅਟੈਂਸ਼ਨ ਦੇ ਕੇ ਪੜ੍ਹੋਗੇ ਤਾਂ ਫਿਰ ਸ਼ੋਰਟ ਟਰਮ ਮੈਮਰੀ 'ਚ ਤੁਹਾਡੀ 30 ਸੈਕਿੰਡਸ ਤੱਕ ਯਾਦ ਰਹਿਣਗੀਆਂ। ਬਟ ਸੱਚੀ ਜੇ ਤੁਸੀਂ ਇਹਦੀ ਰਿਹਰਸਲ ਪ੍ਰੋਪਰ ਤਰੀਕੇ ਨਾਲ ਕਰੋਗੇ ਤਾਂ ਫਿਰ ਇਹ ਲੌਂਗ ਟਰਮ 'ਚ ਮੈਮਰੀ ਤੁਹਾਡੀ ਚਲੀ ਜਾਏਗੀ। ਸੋ ਇਹੀ ਇੱਕ ਮੋਡਲ ਦਾ ਮਤਲਬ ਮੇਨ ਜੋ ਫੋਕਸ ਹੈ, ਜੋ ਮੇਨ ਮਤਲਬ ਕ੍ਰਾਈਟੀਰੀਆ ਹੈ, ਉਹ ਇਸ ਤਰੀਕੇ ਨਾਲ ਹੈ ਕਿ ਕਿਸ ਤਰੀਕੇ ਨਾਲ ਸਾਡੀ ਜੋ ਮੈਮਰੀ ਹੈ ਉਹ ਕੰਮ ਕਰਦੀ ਹੈ। ਸੋ ਆਈਕੋਨਿਕ ਮੈਮਰੀ ਹੋ ਗਈ, ਇਕੋਇਕ ਮੈਮਰੀ ਹੋ ਗਈ। ਸੋ ਇਕੋਇਕ ਮੈਮਰੀ ਰਿਲੇਟਡ ਟੂ ਅਵਰ ਹੀਅਰਿੰਗ ਫਿਨੋਮੀਨਾ। ਤੁਸੀਂ ਕਿਸ ਫਿਨੋਮੀਨਾ ਦੇ ਉੱਤੇ ਗੱਲ ਕਰ ਰਹੇ ਹੋ ਕਿ ਸਮਥਿੰਗ ਵਾਜ਼ ਸੈਡ, ਕਿਸ ਨੇ ਕੋਈ ਗੱਲ ਕਹੀ ਹੋਣੀ ਹੈ ਜਾਂ ਕਿਸ ਇੰਪੋਰਟੈਂਟ ਟੋਪਿਕ 'ਤੇ ਗੱਲ ਕੀਤੀ ਜਾ ਰਹੀ ਹੈ। ਹੁਣ ਫੋਰ ਐਗਜ਼ਾਮਪਲ ਜਿਵੇਂ ਅੱਜ ਕੋਵਿਡ-19 ਦੀ ਗੱਲ ਹੁੰਦੀ ਹੈ ਨਾ, ਕੋਵਿਡ-19 ਅਸੀਂ PM ਮੋਦੀ ਜੀ ਦੀ ਹਰ ਇੱਕ ਸਪੀਚ ਨੂੰ ਬੜੇ ਧਿਆਨ ਨਾਲ ਸੁਣਦੇ ਹਾਂ। ਹਾਂ ਕਿਵੇਂ ਹੈ ਅੱਛਾ 20 ਤਰੀਕ ਤੋਂ ਬਾਅਦ ਇੱਦਾਂ ਹੋ ਜਾਏਗਾ, ਸਾਨੂੰ ਰਿਆਇਤਾਂ ਮਿਲਣਗੀਆਂ, ਕੁਝ ਗੌਰਮੈਂਟ ਸੈਕਟਰਸ ਖੋਲ੍ਹ ਦਿੱਤੇ ਜਾਣਗੇ ਕਿਸਾਨਾਂ ਦੇ ਲਈ। ਇਹ ਹੁਣ ਉਹ ਇਨਫੋਰਮੇਸ਼ਨ ਤੁਸੀਂ ਸੁਣ ਰਹੇ ਹੋ, ਠੀਕ ਹੈ, ਉੱਥੇ ਤੁਸੀਂ ਦੇਖ ਵੀ ਰਹੇ ਹੋ ਪਰ ਤੁਸੀਂ ਉਹ ਇਨਫੋਰਮੇਸ਼ਨਸ ਨੂੰ ਸੁਣ ਵੀ ਰਹੇ ਹੋ। ਸੋ
ਇਹੀ ਮਤਲਬ ਇੱਕ ਤਰੀਕੇ ਦੇ ਨਾਲ ਹੁੰਦਾ ਕਿ ਕੁਛ ਇਹ ਫਿਰ ਵੀ ਨਾ ਆਪਣੀ ਇਹ ਕਹਿੰਦੇ ਨੇ ਕਿ ਇਹ ਕੁਝ ਫਰੈਕਸ਼ਨ ਆਫ ਟਾਈਮ ਦੇ ਲਈ ਰਹਿੰਦੀ ਹੈ, ਅਤੇ ਜਿਹੜੀ ਇੱਕੋ ਇੱਕ ਮੈਮਰੀ ਹੁੰਦੀ ਹੈ ਇਹ ਫਿਰ ਵੀ 4 ਸੈਕਿੰਡਸ ਦੇ ਲਈ ਮਤਲਬ ਤੁਸੀਂ ਆਪਣੀ ਇਨਫੋਰਮੇਸ਼ਨ ਆਪਣੇ ਦਿਮਾਗ 'ਚ ਰੱਖ ਸਕਦੇ ਹੋ। ਇਹਦਾ ਜਿਹੜਾ ਟਾਈਮ ਲਿਮਿਟ ਹੈ, ਇਹਦੀ ਟਾਈਮ ਡਿਊਰੇਸ਼ਨ ਹੈ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਦੀ ਇੱਕੋ ਇੱਕ ਮੈਮਰੀ। ਹੁਣ ਅਗਰ ਅਸੀਂ ਆਈਕੋਨਿਕ ਔਰ ਇਕੋਹਿਕ ਮੈਮਰੀ ਦੀ ਗੱਲ ਕਰੀਏ ਤਾਂ ਇੱਕ ਨਾ ਏਡੀਏਟਿਕ ਮੈਮਰੀ ਵੀ ਹੁੰਦੀ ਹੈ। ਏਡੀਏਟਿਕ ਮੈਮਰੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਫੋਟੋਜੈਨਿਕ ਮੈਮਰੀ। ਫੋਟੋਜੈਨਿਕ ਮੈਮਰੀ ਕੋਈ ਕਦੇ ਪਤਾ ਕੀ ਹੁੰਦਾ ਕਿ ਇਨਫੋਰਮੇਸ਼ਨਸ ਨੂੰ ਨਾ ਤੁਸੀਂ ਫੋਰ ਐਗਜ਼ਾਮਪਲ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਨਾ ਜਿਵੇਂ ਫੋਰ ਐਗਜ਼ਾਮਪਲ ਕਿਤਾਬ ਖੋਲ੍ਹੀ, ਠੀਕ ਹੈ, ਸਪੋਜ਼ ਕਰੋ ਪੈਰਾ ਪੜ੍ਹਿਆ, ਮਤਲਬ ਫਿਰ ਉਸ ਤੋਂ ਬਾਅਦ ਅਗਲਾ ਪੈਰਾ ਪੜ੍ਹਿਆ, ਫਿਰ ਅਗਲਾ ਪੈਰਾ ਪੜ੍ਹਿਆ ਸੋ ਪਤਾ ਕੀ ਹੁੰਦਾ ਕਦੇ ਕਦਾਰ ਇੱਦਾਂ ਹੁੰਦਾ ਕਈਆਂ ਦੇ ਅੰਦਰ ਨਾ ਇਹ ਮੈਮਰੀ ਇੰਸਟਿੰਕਟ ਹੁੰਦੀ ਹੈ, ਸ਼ੁਰੂ ਤੋਂ ਹੀ ਹੁੰਦੀ ਹੈ ਕਿ ਉਹ ਈਵਨ ਕਿ ਉਹਨਾਂ ਨੂੰ ਪੇਜ ਨੰਬਰ ਵੀ ਨਹੀਂ ਭੁੱਲਦੇ। ਮੇਰੀ ਇੱਕ ਫਰੈਂਡ ਸੀ ਜਦੋਂ ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹਦੀ ਸੀ, ਅਤੇ ਉਹ ਮੇਰੀ ਰੂਮਮੇਟ ਸੀ, ਉਹਨੇ ਮੈਨੂੰ ਦੱਸਿਆ ਕਹਿੰਦੀ ਤੈਨੂੰ ਪ੍ਰਿਅੰਕਾ ਇੱਕ ਗੱਲ ਦੱਸਾਂ, ਜਿਹੜੀ ਮੇਰੀ ਫਰੈਂਡ ਹੈ, ਮੇਰੀ ਰੂਮਮੇਟ ਦੀ ਅੱਗੋਂ ਫਰੈਂਡ, ਉਹਦਾ ਨਾਮ ਸੀ ਸਵੀਡਲ। ਤਾਂ ਉਹ ਕਹਿੰਦੇ ਕਿ ਉਹ ਨਾ ਮਤਲਬ ਉਹਨੂੰ ਨਾ ਸਾਰੀਆਂ ਚੀਜ਼ਾਂ ਐਵੇਂ ਹੀ ਰੱਟੀਆਂ ਰਹਿੰਦੀਆਂ ਨੇ। ਮੈਨੂੰ ਨਾ ਹਾਸਾ ਜਿਹਾ ਆ ਗਿਆ, ਮੈਂ ਕਿਹਾ ਮੈਂ ਨਹੀਂ ਇਸ ਚੀਜ਼ ਨੂੰ ਕਦੇ ਮੰਨ ਸਕਦੀ। ਅਤੇ ਉਹਦਾ ਨਾ ਪੇਪਰ ਸੀ LLB ਦਾ, ਉਹ ਬੈਠ ਕੇ ਪੜ੍ਹ ਰਹੀ ਸੀ, ਅਤੇ ਇੱਕ ਦਿਨ ਨਾ ਮੈਂ ਇੱਦਾਂ ਹੀ ਸਵੀਡਲ ਨੂੰ ਪੁੱਛਿਆ, ਮੈਂ ਕਿਹਾ ਸਵੀਡਲ ਆਪਣੀ ਬੁੱਕ ਦੇਈ ਮੈਨੂੰ। ਉਹਨੇ ਮੈਨੂੰ ਆਪਣੀ ਬੁੱਕ ਦਿੱਤੀ, ਐਡੀ ਮੋਟੀ ਬੁੱਕ ਸੀਗੀ ਉਹਨਾਂ ਦੀ। ਮੈਂ ਬੁੱਕ ਚੱਕੀ, ਮੈਂ ਕਿਹਾ ਮੈਂ ਨਾ ਇੱਦਾਂ ਹੀ ਨਾ ਪੇਜ ਪੂਜ ਜੇ ਇੱਦਾਂ ਚੱਕੇ, ਮੈਂ ਕਿਹਾ 296 ਪੇਜ, ਮੈਂ ਕੋਈ ਪੇਜ ਬੋਲਿਆ ਹੋਣਾ ਉਸ ਟਾਈਮ ਮੈਨੂੰ ਯਾਦ ਨਹੀਂ। ਮੈਂ ਕਿਹਾ 296 ਪੇਜ ਦੀ ਦੱਸ ਮੈਨੂੰ ਸਟਾਰਟਿੰਗ ਕੀ ਹੈ। ਕਹਿੰਦੀ 296 ਪੇਜ। ਮੈਂ ਕਿਹਾ ਹਾਂ। ਕਹਿੰਦੀ ਬਸ ਮਾੜਾ ਜਿਹਾ ਮੈਨੂੰ ਸਟਾਰਟਿੰਗ ਬੋਲੀ, ਮੈਂ ਉਹਨੂੰ ਮਾੜੀ ਜਿਹੀ ਸਟਾਰਟਿੰਗ ਹੀ ਜਸਟ ਦੱਸੀ, ਉਹ ਕੁੜੀ ਸ਼ੁਰੂ ਹੋ ਗਈ। ਮੈਂ ਕਹਿੰਦੀ ਉਹਨੇ ਜਰਾ ਵੀ ਗਲਤੀ ਨਹੀਂ ਕੀਤੀ, ਉਹਨੇ ਜਿੱਥੇ ਇਹ ਲੱਗਣਾ ਸੀ ਉੱਥੇ ਇਹ ਲਗਾਇਆ, ਜਿੱਥੇ ਇਨ ਲੱਗਣਾ ਉੱਥੇ ਇਨ ਲਗਾਇਆ, ਕੋਈ ਸੈਂਟੈਂਸ ਚੇਂਜਿਸ ਨਹੀਂ, ਕੋਈ ਕੁਛ ਨਹੀਂ। ਔਰ ਇੱਥੋਂ ਦੀ ਸਟਾਰਟ ਕਰਕੇ ਉਹਨੇ ਇੱਥੇ ਤੱਕ, ਮੈਂ ਤਾਂ ਇੱਦਾਂ ਦੇ ਉਂਗਲੀਆਂ ਰੱਖ ਕੇ ਚੈੱਕ ਕਰਾਂ, ਅੱਛਾ ਕੋਈ ਗਲਤੀ ਤਾਂ ਨਿਕਲੇ। ਫਿਰ ਮੈਂ ਉਹਨੂੰ ਦੁਬਾਰਾ ਚੈੱਕ ਕਰਨ ਦੇ ਲਈ ਕੋਈ ਹੋਰ ਪੇਜ ਨੰਬਰ ਬੋਲਿਆ। ਸੋ ਇਸ ਚੀਜ਼ ਨੂੰ ਕਹਿੰਦੇ ਨੇ ਫੋਟੋਜੈਨਿਕ ਮੈਮਰੀ। ਸੋ ਕਈਆਂ ਦੇ ਵਿੱਚ ਇਹ ਬੜੀ ਖੂਬਸੂਰਤੀ ਹੁੰਦੀ ਹੈ ਕਿ ਇੱਦਾਂ ਹੀ ਚੇਪਾ ਮਾਰ ਦਿੰਦੇ ਨੇ ਕਈ ਲੋਕ। ਸੋ ਇਟ ਇਜ਼ ਅ ਪੋਪੂਲਰ ਟਰਮ, ਫੋਟੋਜੈਨਿਕ ਮੈਮਰੀ ਇਜ਼ ਆਫਨ ਯੂਜ਼ ਟੂ ਮੀਨ ਦੈਟ ਦਿਸ ਇਜ਼ ਅ ਰੇਅਰ ਐਬਿਲਿਟੀ। ਇੱਕ ਬਹੁਤ ਘੱਟ ਲੋਕਾਂ ਦੇ ਵਿੱਚ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਪਾਈ ਜਾਂਦੀ ਹੈ, ਠੀਕ ਹੈ। ਇਹਨੂੰ ਇੱਕ ਤਰੀਕੇ ਨਾਲ ਗੁੱਡ ਮੈਮਰੀ ਵੀ ਕਿਹਾ ਜਾਂਦਾ ਹੈ। ਬਟ ਪੀਪਲ ਵਿਦ ਏਡੀਏਟਿਕ ਇਮੇਜਰੀ ਐਬਿਲਿਟੀ ਮਾਈਟ ਬੀ ਏਬਲ ਟੂ ਲੁੱਕ ਕੁਇਕਲੀ ਐਟ ਅ ਪੇਜ ਇਨ ਅ ਬੁੱਕ ਬਾਈ ਫੋਕਸਿੰਗ ਔਨ ਅ ਬਲੈਂਕ ਵੋਲ ਔਰ ਪੀਸ ਆਫ ਪੇਪਰ, ਠੀਕ ਹੈ। ਸੋ ਕਈਆਂ ਦੇ ਵਿੱਚ ਇਹ ਜਿਹੜੀ ਕਲਾ ਹੁੰਦੀ ਹੈ ਨਾ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਸ ਦੇ ਨਾਲ ਹੀ ਆਪਣਾ ਕੀ ਕਹਿੰਦੇ ਨੇ ਆਪਣਾ ਮਤਲਬ ਇਸ ਮੋਡਲ ਦਾ ਸਿਰਫ ਸੈਂਸਰੀ ਵਾਲਾ ਪਾਰਟ ਹੋਇਆ। ਇਸ ਤੋਂ ਬਾਅਦ ਅਸੀਂ ਅਗਲੀਆਂ ਚੀਜ਼ਾਂ ਨੂੰ ਨੈਕਸਟ ਵੀਡੀਓ ਵਿੱਚ ਕਰਾਂਗੇ, ਕਿਉਂਕਿ ਹੁਣ 17 ਮਿੰਟਸ ਦੀ ਮੇਰੀ ਵੀਡੀਓ ਬਣ ਗਈ ਹੈ। ਇਸ ਤੋਂ ਵੱਧ ਜੇ ਮੈਂ ਬਣਾਈ ਤਾਂ ਫਿਰ ਮਤਲਬ ਫ਼ੋਨ ਦੀ ਜਿਹੜੀ ਮੈਮਰੀ ਉਹ ਬੰਦ ਹੋ ਜਾਏਗੀ। ਸੋ ਮੈਨੂੰ ਇਹਨੂੰ ਹੁਣ YouTube 'ਚ ਕਨਵਰਟ ਕਰਨਾ ਪੜੇਗਾ, ਆਪਣੇ ਚੈਨਲ 'ਤੇ ਪਾ ਦੂੰਗੀ। ਦੈਨ ਤੁਸੀਂ ਇਸ ਚੀਜ਼ ਨੂੰ ਪੜ੍ਹ ਲੈਣਾ ਔਰ ਆਪਣੇ ਨੋਟਸ ਬਣਾ ਲੈਣਾ। ਔਰ ਅਗਲੀ ਜਿਹੜੀ ਮੇਰੀ ਵੀਡੀਓ ਹੋਏਗੀ ਉਹ ਅਸੀਂ ਅਟੈਂਸ਼ਨ ਤੋਂ ਸਟਾਰਟ ਕਰਾਂਗੇ। ਓਕੇ, ਥੈਂਕ ਯੂ ਸੋ ਮਚ।